ਅਤੇ ਸੋਢ ਵੰਸ਼ ਕਿੱਥੋਂ ਆਰੰਭ ਹੋਈ ਹੈ, ਇਹ ਵੀ ਹਜ਼ੂਰ ਨੇ ਇਸ ਵਿਚਿੱਤਰ ਨਾਟਕ ਅੰਦਰ ਜ਼ਿਕਰ ਕੀਤਾ ਹੈ। ਉਸ ਪ੍ਰਸੰਗ ਦਾ ਬਹੁਤ ਵਿਸਥਾਰ ਹੈ। ਮੈਂ ਸੰਖੇਪ ਰੂਪ ਵਿੱਚ ਆਪ ਦੇ ਚਰਨਾਂ ਵਿੱਚ ਬੇਨਤੀ ਕਰਾਂ। ਜੋ ਹਜ਼ੂਰ ਨੇ ਆਪਣੀ ਕਲਮ ਨਾਲ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਅਵਤਾਰ ਤਿੰਨ ਬੇਦੀਆਂ ਕੀ ਕੁਲ ਵਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ, ਜਹ ਤਹ ਭਏ ਸਹਾਇ। ਹਜ਼ੂਰ ਨੇ ਜ਼ਿਕਰ ਕੀਤਾ ਕਿ ਸ਼੍ਰੀ ਰਾਮ ਚੰਦਰ ਜੀ ਦੇ ਦੋ ਸੁਪੁੱਤਰ ਹੋਏ ਹੈ, ਲਵ ਜੀ ਤੇ ਕੁਸ਼ੂ ਜੀ। ਇਹਨਾਂ ਦੇ ਨਾਮ ਤੇ ਲਵ ਦੇ ਨਾਮ ਤੋਂ ਲਾਹੌਰ ਸ਼ਹਿਰ ਵਸਿਆ ਹੋਇਆ ਹੈ, ਕੁਸ਼ੂ ਦੇ ਨਾਮ ਤੋਂ ਕਸ਼ੂਰ ਸ਼ਹਿਰ ਵਸਿਆ ਹੋਇਆ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਤਰ੍ਹਾਂ ਭਾਈ ਵਧਿਆ, ਯੁੱਧ ਹੋਇਆ। ਅਖੀਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਸਨੌਡ ਦੇਸ਼ ਤੋਂ ਰਾਜਕੁਮਾਰ ਦਾ ਨਾਮ ਸੋਢੀ ਰਾਜ ਪਿਆ, ਉਹਨਾਂ ਜੰਗਲਾਂ ਵਿੱਚ ਜਾ ਕਰਕੇ ਆਪਣਾ ਸਮਾਂ ਬੰਦਗੀ ਵਿੱਚ ਬਤੀਤ ਕੀਤਾ। ਵੇਦਾਂ ਦੇ ਪਾਠਾਂ ਦਾ ਉਹਨਾਂ ਨੇ ਰਟਨ ਕੀਤਾ, ਬੜੀ ਭਾਰੀ ਵਿਦਿਆ ਦਾ ਪਸਾਰ ਕੀਤਾ। ਜਿਸ ਵਕਤ ਸਮਾਂ ਬੀਤਦਾ ਚਲਿਆ ਗਿਆ, ਸੋਢ ਵੰਸ਼ ਦੇ ਰਾਜਿਆਂ ਨੇ ਵੇਖਿਆ ਕਿ ਉਹ ਤਾਂ ਸਾਡੇ ਹੀ ਵੰਸ਼ ਵਿੱਚੋਂ ਨੇ, ਸਾਨੂੰ ਉਹਨਾਂ ਨਾਲ ਇਸ ਤਰ੍ਹਾਂ ਵਿਤਕਰਾ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਕੋਲ ਬੁਲਾ ਕਰਕੇ ਤੇ ਸਮੇਂ ਵੇਦਾਂ ਦਾ ਪਾਠ ਸੁਣਿਆ। ਜਦੋਂ ਵੇਦਾਂ ਦਾ ਪਾਠ ਸੁਣਿਆ ਤੇ ਬਰਾਗ ਹੋ ਗਿਆ, ਸ੍ਰਿਸ਼ਟੀ ਨਾਸ਼ਵੰਤ ਹੈ। ਫਿਰ ਕਹਿਣ ਲੱਗੇ ਕਿ ਹੁਣ ਰਾਜ ਭਾਗ ਜਿਹੜਾ ਤੁਸੀਂ ਸੰਭੋ ਤੇ ਅਸੀਂ ਜੰਗਲਾਂ ਵਿੱਚ ਜਾ ਕਰਕੇ ਬੰਦਗੀ ਕਰਾਂਗੇ, ਭਗਤੀ ਕਰਾਂਗੇ। ਉਸ ਵਕਤ ਜਿਹੜਾ ਮੌਕੇ ਦਾ ਰਾਜਾ ਸੀ, ਉਸ ਨੇ ਇਹ ਬਚਨ ਕੀਤਾ ਸੀ ਕਿ ਜਦੋਂ ਕਲਯੁਗ ਦਾ ਸਮਾਂ ਆਵੇਗਾ, ਉਸ ਸਮੇਂ ਚੌਥੇ ਥਾਂ ਤੇ ਅਸੀਂ ਰਾਜ ਭਾਗ ਆਪ ਨੂੰ ਫਿਰ ਵਾਪਸ ਦੇ ਦੇਵਾਂਗੇ। ਇਹ ਹਜ਼ੂਰ ਨੇ ਆਪਣੀ ਕਲਮ ਨਾਲ ਲਿਖਿਆ। ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਜ਼ਿਕਰ ਕਰ ਦੇਵਾਂ। ਨਾਨਕ ਕੁਲ ਨਿੰਮਲ ਅਵਤਰਿਓ, ਅੰਗਦ ਲਹਿਣੇ ਸੰਗ ਹੋ। ਸਤਿਗੁਰੂ ਜੀ ਦੀ ਦੋਵੇਂ ਪੱਖ ਤੋਂ ਹੀ ਬੇਨਤੀ ਕਰਦੇ ਆਂਗਾ। ਹਜ਼ੂਰ ਦੀ ਜਿਹੜੀ ਨਿੰਮਲ ਕੁਲ ਹੈ, ਪਵਿੱਤਰ ਕੁਲ ਹੈ, ਆਪ ਜੀ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਨੂੰ ਸਧਾਰਨ ਰੂਪ ਵਿੱਚ ਕਦੇ ਨਾ ਲੈਣਾ, ਕਿਉਂਕਿ ਆਪ ਨਿਰੰਕਾਰ ਨੇ ਆਪਣਾ ਅਵਤਾਰ ਧਾਰਿਆ ਤੇ ਹਜ਼ੂਰ ਉਸ ਕੁਲ ਵਿੱਚ ਤੇ ਨਹੀਂ ਸਹਾ ਸਕਦੇ ਕਿ ਜਿਸ ਕੁਲ ਵਿੱਚ ਕਾਇਰ ਪੈਦਾ ਹੋਏ ਹੋਣ, ਜਿਸ ਕੁਲ ਦੇ ਅੰਦਰ ਕੋਈ ਇਤਿਹਾਸ ਨਾ ਸਿਰਜਿਆ ਹੋਵੇ। ਹਜ਼ੂਰ ਦਾ ਅਵਤਾਰ ਜਿਸ ਵੰਸ਼ ਵਿੱਚ ਸ਼੍ਰੀ ਰਾਮ ਚੰਦਰ ਜੀ ਦਾ ਅਵਤਾਰ ਹੋਇਆ, ਉਸ ਵੰਸ਼ ਵਿੱਚ ਸਤਿਗੁਰੂ ਜੀ ਦਾ ਅਵਤਾਰ ਹੋਇਆ। ਇਸ ਗੱਲ ਨੂੰ ਬੜਾ ਵੱਡਾ ਚਰਚਾ ਦਾ ਵਿਸ਼ਾ ਬਣਾਇਆ ਸੀ ਜਿਸ ਵਕਤ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨੇ, ਕਿਉਂਕਿ ਸਿੱਧੇ ਤੌਰ ਤੇ ਜੇ ਸਟੇਜ ਤੇ ਕੋਈ ਗੱਲ ਕਹਿ ਦਿਓ ਤੇ ਉਹਦਾ ਤਾਂ ਅਸਰ ਪੁੱਠਾ ਪਵੇਗਾ ਹੀ। ਖਬਰੇ ਉਹਨਾਂ ਕਿਸੇ ਦੇ ਦਬਾਅ ਵਿੱਚ ਕਿਹਾ, ਉਹ ਤਾਂ ਉਹ ਜਾਣਦੇ ਆ। ਉਹਨਾਂ ਨੇ ਇਸ ਰਚਨਾ ਦਾ ਆਸਰਾ ਲੈ ਕੇ ਕਹਿ ਦਿੱਤਾ ਸੀ ਕਿ ਸਿੱਖ ਜਿਹੜੇ ਆ ਉਹ ਲਵ ਕੁਸ਼ ਦੀ ਔਲਾਦ ਹੈ। ਸਾਧ ਸੰਗਤ ਜੀ, ਮੈਂ ਆਪਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਗਿਆਤ ਵਾਸਤੇ, ਸਾਡੇ ਵੀ ਪੂਰਵਜ ਹਨ, ਜਿੱਥੇ ਸਾਡਾ ਜਨਮ ਹੋਇਆ ਕਿਸੇ ਕੁਲ ਵਿੱਚ ਹੀ ਹੋਇਆ। ਠੀਕ ਸਾਡੇ ਪੂਰਵਜ ਹਨ ਤੇ ਉਹ ਕੋਈ ਮਾੜੇ ਨਹੀਂ ਹੋਏ। ਕੋਈ ਉਹਨਾਂ ਦਾ ਜੀਵਨ ਪੜ੍ਹ ਕੇ ਵੇਖ ਲਓ, ਕਿਹੋ ਜਿਹੇ ਸੂਰਬੀਰ ਯੋਧੇ ਹੋਏ ਆ। ਪਰ ਸਾਡੇ ਵੰਸ਼ਜ ਜਿਹੜੇ ਆ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਨ। ਜਿੰਨਾ ਵੱਡਾ ਪੱਧਰ ਤੇ ਅਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ, ਕੀ ਸਤਿਗੁਰੂ ਜੀ ਦੇ ਪਿਤਾ ਜੀ ਦਾ ਮਨਾਉਂਦੇ? ਸਤਿਗੁਰੂ ਜੀ ਦੇ ਸਤਿਕਾਰਯੋਗ ਮਹਿਤਾ ਕਾਲੂ ਜੀ, ਸਤਿਗੁਰੂ ਜੀ ਦੇ ਪਿਤਾ ਜੀ ਬਾਬਾ ਕਲਿਆਣ ਦਾਸ ਜੀ ਸਤਿਗੁਰੂ ਜੀ ਦੇ ਪਿਤਾ ਜੀ ਹਨ। ਤੇ ਕੀ ਸਾਡਾ ਇਹ ਫਰਜ਼ ਬਣਦਾ ਫਿਰ ਉਹਨਾਂ ਦਾ ਨਿਰਾਦਰ ਕਰੀਏ? ਉਹ ਸਾਡੇ ਗੁਰੂ ਨਹੀਂ ਹਨ, ਪਰ ਸਤਿਗੁਰੂ ਜੀ ਦੇ ਪਿਤਾ ਜੀ ਹਨ। ਇਸ ਕਰਕੇ ਸਾਡੇ ਵਾਸਤੇ ਸਤਿਕਾਰਯੋਗ ਨੇ ਤੇ ਸਾਡੇ ਗੁਰੂ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਨ।
सतगुरु जी ने निम्मल कुल के अंदर अवतार धारिया। गुरु अंगद देव सच्चे पातशाह जी महाराज लक्ष्मण की वंश विचों सतगुरु की वंश चली है। भरत जी जिहड़े सन उन्हां दी वंश विचों भल्ले साहबजादे चले है साध संगत जी। ते सोढ़ वंश का सतगुरु जी ने जिक्र किया कित्थों सोढ़ी राय नाम पिया है। ये गरीब नवाज सच्चे पातशाह ने अपनियां चारे वंशां दसियां ते जिन्हां दे मन अंदर ये शंका पैदा हुंदा है कि सानू वेखो जी हिंदुआं नाल जोड़िया जा रहा, हिंदुआं नाल जोड़िया जा रहा। असल विच साध संगत जी हिंदू शब्द जिहड़ा है ना ये तां बड़ा ही विलक्षण है। सनातनी मत सनातनी धर्म जरूर भारत वर्ष के अंदर है। हिंदू नाम की चीज़ तो हुण हाई कोर्ट ने भी कह दिता है कि भाई इन्हां दा कोई वजूद नहीं। खुद जिहड़े सुलझे हुए विद्वान ने वो भी कहते हैं भावें कि हिंदू मत विच हन कि ये साडा हिंदू शब्द जिहड़ा है बड़ा अपमानजनक शब्द है तो ये अर्थ चोर बनदे ते आपां सिखां नूं उन्हां विच रलाई जाइए। गरीब नवाज सतगुरु जी इस कुल दे अंदर अवतार धारिया इन्ना समझना, क्योंकि वंश बड़ी पवित्र सी, सूरबीरां दी वंश सी। श्री रामचंद्र जी दी वंश विच जो भी सूरबीर योधे होए है उन्हां दा बड़ा पराक्रम होया है। इस वंश नूं बहुत उत्तम मन्निया जांदा है। पर वो वंश साडी गुरु नहीं है। साडे गुरु गुरु नानक साहब जी महाराज हैं। तो की फिर सतगुरु जी की उस वंश का सानू निरादर करना चाहिए जिस वंश विच महाराज ने अवतार धारिया। सतगुरु जी तो बाणी विच जिहड़ा है वो उस्तत करते हुए कहते ने गुरमुख सायर पाहण तारे। श्री रामचंद्र जी जिन्हां ने समुंदर के उत्ते पत्थर तार दिते, पर जिथे निरंकार की वडियाई हजूर ने की है उत्थे ये सरगुण नावां दे अति दोष भी सतगुरु जी ने कहे है। कृष्ण जी की वडियाई करदियां होया बाणी विच कहा ना, धन धन ओए राम बेन बाजै, मदर मदर धुन अनहद गाजै। तो फिर सतगुरु जी अति दोष वेख करके अपनी बाणी विच ये भी कहते हैं कौन बाट परी तिसै पथ सारथी रथ होए। कहते वाहिगुरू नूं की वाट पै गई सी भाई, की विपता पै गई सी कि अर्जन का रथवाही बनना सी। फिर सतगुरु जी कहते ने सतगुर जुग तै माणियो राम। वाहिगुरू सतगुरु जी कहते ने कि भाई सतयुग तै माणियो छलियो बल बावन पायो। त्रेता तै माणियो राम रघुवंश कहायो। द्वापर कृष्ण मरार कंस करतार्थ कियो। उग्र सैन को राज अपै भगत है जन दियो। कलयुग प्रमाण नानक गुरु अंगद अमर कहायो। ये हजूर की बाणी में लिखे हुए शब्द ने कि सच्चे पातशाह आपने ही बल राजे नूं छलिया सी। सतयुग तै माणियो छलियो बल बावन पायो। महाराज आपने ही त्रेते दे अंदर श्री रामचंद्र रूप हो करके प्रगट होना कीता। हे अकाल पुरख वाहिगुरू आपने ही द्वापर कृष्ण मरार, द्वापर दे विच युग दे अंदर आपने कृष्ण रूप हो करके अवतार धारिया। ये साध संगत जी सानू सतगुरु की बाणी पढ़ करके उहदी रोशनी विच जिउण की लोड़ है। अज तुहानू कहा जाता वेखो जी कोई शिवजी ब्रह्मा विष्णु हुंदे है, जे हुंदे है तो कहते लखो चार बावां वाला बंदा दिखाओ। तो भट्टा नूं कहा सी भट्ट जनों जे श्री गुरु ग्रंथ साहब की बाणी का अध्ययन नहीं करना ना तो माफ़ करना असीं सिੱਖੀ की मोहर ना लवाईए। साडे पुरखियां नूं श्री गुरु ग्रंथ साहब की बाणी बड़ी सरल सी। वो अपने बच्चों नूं अगे संथਿਆ कराउंदे सी, घर विचों ही सब कुछ मिल जाता सी। हुण घर विचों कख भी नहीं लभदा, गीत गाने लभदे आ, समाज का लच्चरपुणा तो लभ जाता, घर विचों होर कुछ भी नहीं लभदा। ये गरीब नवाज सच्चे पातशाह जी महाराज जो साडे ताईं उपदेश दिंदे आ ना साध संगत जी हजूर दी वंश वास्ते कि सच्चे पातशाह जी महाराज दे पूर्वज कौन होए है, ये सतगुरु जी ने अपनी कलम दे नाल सारा विस्तार दिता। सच्चे पातशाह जी महाराज ने उसकी बाबत खोल करके लिखिया जो हजूर दसदे हन कि दुआरा पढ़दे पंक्ति हैं।
ਜਬ ਵਰਦਾਨ ਸਮੈ ਵਹੁ ਆਵਾ। ਜਦੋਂ ਵਰਦਾਨ ਦਾ ਸਾਧ ਸੰਗਤ ਜੀ ਬਖਸ਼ਿਸ਼ ਕਰਨ ਦਾ ਉਹ ਸਮਾਂ ਆਇਆ ਜਿਹੜਾ ਬਚਨ ਕਿਹਾ ਹੋਇਆ ਸੀ ਬੇਦੀਆਂ ਨੇ, ਇਸ ਪ੍ਰਕਾਰ ਜਦੋਂ ਉਹ ਸਮਾਂ ਆ ਗਿਆ ਦਿੱਤੇ ਹੋਏ ਬਚਨ ਦਾ, ਰਾਮਦਾਸ ਤਬ ਗੁਰੂ ਕਹਾਵਾ। ਉਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਕਹਾਏ। ਸੱਚੇ ਪਾਤਸ਼ਾਹ ਗੁਰਤਾ ਗੱਦੀ ਦੇ ਮਾਲਕ ਬਣੇ ਤੇ ਉਸ ਸਮੇਂ ਦੇ ਹਾਲਾਤ ਜੇ ਵੇਖੀਏ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਹੁਤ ਗਰੀਬ ਨਵਾਜ, ਗਰੀਬੀ ਵਿੱਚ ਸਤਿਗੁਰੂ ਜੀ ਨੇ ਦਿਨ ਆਪਣੇ ਬਚਪਨ ਦੇ ਬਤੀਤ ਕੀਤੇ ਆ। ਘੁੰਗਣੀਆਂ ਵੇਚ ਕੇ ਹਜੂਰ ਗੁਜ਼ਾਰਾ ਚਲਾਇਆ ਕਰਦੇ, ਸੰਗਤ ਦੇ ਨਾਲ ਗੋਇੰਦਵਾਲ ਸਾਹਿਬ ਆਏ ਤੇ ਸਦਾ ਲਈ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਨਾਲ ਜੁੜ ਗਏ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਸ਼ ਕੀਤਾ। ਜਿਸ ਵਕਤ ਆਪ ਜੀ ਨੂੰ ਗੁਰਤਾ ਗੱਦੀ ਦਾ ਤਖਤ ਦਿੱਤਾ ਹੈ ਹਜੂਰ ਨੇ, ਤੇ ਆਪ ਜੀ ਨੇ ਇਹ ਨਿਮਰਤਾ ਦੇ ਸ਼ਬਦ ਕਹੇ ਸਨ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਨ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਹਜੂਰ ਚੌਥੇ ਰੂਪ ਵਿੱਚ ਜਦੋਂ ਉਹ ਵਰਦਾਨ ਦਾ ਸਮਾਂ ਆਇਆ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਦਾ ਤਖਤ ਦਿੱਤਾ। ਸਾਧ ਸੰਗਤ ਜੀ, ਨਾਨਕ ਕੁਲ ਨਿੰਮਲ ਅਵਤਰਿਓ। ਸੱਚੇ ਪਾਤਸ਼ਾਹ ਜੀ ਦੀ ਨਿੰਮਲ ਕੁਲ ਕੀ ਹੈ? ਗੁਰੂ ਸਾਹਿਬ ਜੀ ਦੇ ਬਿੰਦੀ ਪੁੱਤਰ ਤੇ ਬਾਬਾ ਸ਼੍ਰੀ ਚੰਦ ਜੀ ਹਨ, ਬਾਬਾ ਲਖਮੀ ਦਾਸ ਜੀ ਹਨ, ਪਰ ਸਤਿਗੁਰੂ ਜੀ ਇਸ ਨਿੰਮਲ ਜਿਹੜੀ ਪਵਿੱਤਰ ਕੁਲ ਹੈ ਉਸ ਦੇ ਅੰਦਰ ਗੁਰੂ ਅੰਗਦ ਸਾਹਿਬ ਜੀ ਦਾ ਅਵਤਾਰ ਹੋਇਆ, ਕਿਉਂਕਿ ਮਹਾਰਾਜ ਦੇ ਨਾਦੀ ਪੁੱਤਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹਨ। ਇਸ ਕਰਕੇ ਭੱਟਾਂ ਨੇ ਇਸ ਪੱਖ ਤੋਂ ਵੀ ਇਹਦੇ ਅਰਥ ਹਨ, ਨਾਨਕ ਕੁਲ ਨਿੰਮਲ ਅਵਤਰਿਓ, ਅੰਗਦ ਲਹਿਣੇ ਸੰਗ ਹੋ। ਹਜੂਰ ਆਪ ਦੀ ਵੰਸ਼ ਦੇ ਅੰਦਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਅਵਤਾਰ ਹੋਇਆ। ਪਰ ਜੇ ਆਪਾਂ ਸ਼੍ਰੀ ਦਸਮ ਗ੍ਰੰਥ ਦੀ ਬਾਣੀ ਪੜ੍ਹਾਂਗੇ ਨਾ, ਫਿਰ ਸਾਨੂੰ ਸਤਿਗੁਰੂ ਦੇ ਪੂਰਵਜਾਂ ਦਾ ਵੀ ਬਲ ਪ੍ਰਤਾਪ ਪਤਾ ਲੱਗੇਗਾ ਕਿ ਕਿੱਡੇ ਕਿੱਡੇ ਬਲੀ ਹੋਏ ਆ। ਭਰਤ ਜੀ ਨੂੰ ਆਪ ਜੀ ਨੇ ਪਤਾ ਨਹੀਂ ਮਹਾਭਾਰਤ ਨੂੰ ਜਾਂ ਰਮਾਇਣ ਨੂੰ ਪੜ੍ਹਿਆ ਜਾਂ ਨਹੀਂ, ਪਰ ਹਜੂਰ ਨੇ ਉਹਨਾਂ ਦਾ ਨਿਚੋੜ ਕੱਢ ਕੇ ਲਿਖ ਦਿੱਤਾ। ਰਾਮਾ ਅਵਤਾਰ ਲਿਖਿਆ, ਕ੍ਰਿਸ਼ਨਾ ਅਵਤਾਰ ਲਿਖਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸ ਵਿੱਚ ਜ਼ਿਕਰ ਕੀਤਾ ਕਿ ਜਦੋਂ ਕੇਕਈ ਦੇ ਕਹਿਣ ਤੇ ਸ਼੍ਰੀ ਰਾਮ ਚੰਦਰ ਜੀ ਨੂੰ ਬਨਵਾਸ ਦੇ ਦਿੱਤਾ ਗਿਆ, ਸੀਤਾ ਜੀ ਦੇ ਸਮੇਤ ਲਛਮਣ ਨਾਲ ਗਿਆ ਤੇ ਭਰਤ ਨੂੰ ਤੇ ਸਮੇਂ ਜਦੋਂ ਪਤਾ ਲੱਗਾ ਨਾ ਕਿ ਮੇਰੀ ਮਾਤਾ ਨੇ ਮੇਰੇ ਵੱਡੇ ਭਰਾ ਸ਼੍ਰੀ ਰਾਮ ਚੰਦਰ ਜੀ ਨੂੰ ਬਨਵਾਸ ਤੇ ਤੋਰ ਦਿੱਤਾ ਤੇ ਮੇਰੇ ਲਈ ਰਾਜ ਮੰਗ ਲਿਆ, ਭਰਤ ਜੀ ਸ਼੍ਰੀ ਰਾਮ ਚੰਦਰ ਜੀ ਨੂੰ ਲੱਭਦੇ ਹੋਏ ਜੰਗਲਾਂ ਵਿੱਚ ਪਿੱਛੇ ਤੁਰ ਪਏ ਸੀ ਤੇ ਜਾ ਕਰਕੇ ਸ਼੍ਰੀ ਰਾਮ ਚੰਦਰ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਮਹਾਰਾਜ ਮੈਨੂੰ ਰਾਜ ਭਾਗ ਨਹੀਂ ਚਾਹੀਦਾ, ਆਪ ਕਿਰਪਾ ਕਰਕੇ ਰਾਜ ਭਾਗ ਸੰਭਾਲੋ। ਤੇ ਇਹ ਸਾਧ ਸੰਗਤ ਜੀ, ਰਘੂਕੁਲ ਰੀਤ ਚਲੀ ਇਹ ਆਈ, ਸੀਸ ਦਿਆ ਪਰ ਬਚਨ ਨਾ ਜਾਈ। ਇਹ ਰਘੂਕੁਲ ਦੀ ਰੀਤ ਸੀਗੀ। ਸ਼੍ਰੀ ਰਾਮ ਚੰਦਰ ਜੀ ਕਹਿੰਦੇ ਹੁਣ ਤਾਂ ਬਚਨ ਦੇ ਦਿੱਤਾ, ਹੁਣ ਤਾਂ 14 ਸਾਲ ਬਨਵਾਸ ਕੱਟ ਕੇ ਹੀ ਆਵਾਂਗੇ, ਤੂੰ ਸਾਡੋ ਪਿੱਛੋਂ ਰਾਜ ਕਰ। ਭਰਤ ਸ਼੍ਰੀ ਰਾਮ ਚੰਦਰ ਜੀ ਦਾ ਭਰਾ ਨਹੀਂ ਹੋਇਆ, ਭਰਤ ਸ਼੍ਰੀ ਰਾਮ ਚੰਦਰ ਜੀ ਦਾ ਭਗਤ ਵੱਡਾ ਹੋਇਆ। ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਤੁਹਾਡੇ ਤੋਂ ਬਿਨਾਂ ਜੀ ਨਹੀਂ ਸਕਾਂਗਾ। ਤੇ ਸ਼੍ਰੀ ਰਾਮ ਚੰਦਰ ਜੀ ਨੇ ਕਿਹਾ ਸੀ, ਸਾਡਾ ਜਾਣ ਕੇ ਤੂੰ ਰਾਜ ਕਰ। ਨਹੀਂ ਮਹਾਰਾਜ, ਮੈਂ ਤਖਤ ਤੇ ਨਹੀਂ ਬਹਿ ਸਕਦਾ। ਤੇ ਫਿਰ ਸ਼੍ਰੀ ਰਾਮ ਚੰਦਰ ਜੀ ਨੇ ਆਪਣੀਆਂ ਖੜਾਵਾਂ ਦਿੱਤੀਆਂ ਸੀ ਤੇ ਭਰਤ ਨੇ 14 ਸਾਲ ਉਸ ਤਖਤ ਦੇ ਉੱਤੇ ਖੜਾਵਾਂ ਰੱਖ ਕਰਕੇ ਸ਼੍ਰੀ ਰਾਮ ਚੰਦਰ ਜੀ ਦੀ ਬੰਦਗੀ ਕਰਦਿਆਂ, ਉਹਨਾਂ ਨੂੰ ਯਾਦ ਕਰਦਿਆਂ 14 ਸਾਲ ਬਤੀਤ ਕੀਤੇ। ਤੇ ਉਸ ਦਾ ਨਿਯਮ ਸੀ, ਕਦੇ ਰਾਜ ਮਹਿਲਾਂ ਵਿੱਚ ਭਰਤ ਜਾ ਕਰਕੇ ਨਹੀਂ ਸੀ ਆਰਾਮ ਕਰਦੇ। ਕੁਟੀਆ ਬਣਾ ਕਰਕੇ ਆਪਣੀ ਉਸ ਅਯੁੱਧਿਆ ਨਗਰੀ ਤੋਂ ਬਾਹਰ ਜੰਗਲ ਵਿੱਚ ਉਹਨਾਂ ਨੇ 14 ਸਾਲ ਬਤੀਤ ਕੀਤੇ ਸੀ। ਹੈ ਕੋਈ ਇਹੋ ਜਿਹਾ ਭਰਾ ਅੱਜ ਕੱਲ੍ਹ ਦੇ ਸਮੇਂ ਵਿੱਚ? ਨਿੰਦਾ ਕਰਨ ਨੂੰ ਤਾਂ ਅਸੀਂ ਝੱਟ ਉੱਠ ਕੇ ਕਰ ਦਿੰਦੇ ਹਾਂ, ਪਰ ਉਹਨਾਂ ਸੂਰਬੀਰਾਂ ਦਾ ਜੀਵਨ ਪੜ੍ਹਨਾ ਚਾਹੀਦਾ ਹੈ। ਸ਼੍ਰੀ ਲਛਮਣ ਜੀ 6 ਜਤੀਆਂ ਵਿੱਚੋਂ ਉਹਨਾਂ ਦਾ ਨਾਮ ਆਉਂਦਾ ਹੈ। ਕਦੀ ਅੱਖ ਉਤਾਂਹ ਚੱਕ ਕਰਕੇ ਸੀਤਾ ਜੀ ਨਾਲ ਉਹਨਾਂ ਨੇ ਰੂਪ ਨਹੀਂ ਸੀ ਵੇਖਿਆ। ਏਡੇ ਜਤੀ ਹੋਏ ਸ਼੍ਰੀ ਲਛਮਣ ਜੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਵੰਸ਼ਾਂ ਉੱਥੋਂ ਚੱਲੀਆਂ, ਪਰ ਸਾਡੇ ਗੁਰੂ ਸ਼੍ਰੀ ਰਾਮ ਚੰਦਰ ਜੀ ਨਹੀਂ ਹਨ।
ਸਾਡੇ ਗੁਰੂ ਸ਼੍ਰੀ ਲਛਮਣ ਜੀ ਨਹੀਂ ਹਨ ਜਾਂ ਭਰਤ ਜੀ ਨਹੀਂ ਹਨ, ਸਾਡੇ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਨ। ਇਸ ਕਰਕੇ ਇਸ ਗੱਲ ਨੂੰ ਸਮਝਣਾ, ਭੁਲੇਖੇ ਦੇ ਸ਼ਿਕਾਰ ਹੋ ਕੇ ਕਿਸੇ ਦੇ ਪਿੱਛੇ ਲੱਗ ਕਰਕੇ ਉਹਨਾਂ ਸੂਰਬੀਰ ਯੋਧਿਆਂ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਹਜ਼ੂਰ ਨੇ ਜਿੱਥੇ ਉਹਨਾਂ ਨੂੰ ਵਡਿਆਇਆ ਹੈ, ਸਤਿਗੁਰੂ ਨੇ ਉਹਨਾਂ ਦੇ ਪਰਾਕਰਮ ਦਾ ਜ਼ਿਕਰ ਕੀਤਾ ਹੈ, ਉਸ ਨੂੰ ਪੜ੍ਹੋ ਤੇ ਤੁਹਾਨੂੰ ਪਤਾ ਲੱਗੇ ਕਿ ਉਹ ਕਿੱਡੇ ਕਿੱਡੇ ਸੂਰਬੀਰ ਯੋਧੇ ਹੋਏ ਆ। ਤੇ ਜਿੱਥੇ ਨਿਰੰਕਾਰ ਦੀ ਸਿਫਤ ਸਤਿਗੁਰੂ ਕਰਦੇ, ਉੱਥੇ ਸਰਗੁਣ ਰੂਪਾਂ ਦੇ ਅਤੀ ਦੋਸ਼ ਵੇਖ ਕੇ ਹਜ਼ੂਰ ਨੇ ਇਹ ਵੀ ਜ਼ਿਕਰ ਕੀਤਾ, ਜਿਵੇਂ ਨਾਰਾਇਣ ਨਾਮ ਆਉਂਦਾ ਹੈ, ਨਰਵਾ ਪਾਣੀ ਨੂੰ ਕਿਹਾ ਜਾਂਦਾ ਹੈ, ਆਇਣ ਸੌਣ ਨੂੰ ਕਿਹਾ ਜਾਂਦਾ ਹੈ, ਸੇਜਾ ਨੂੰ ਕਿਹਾ ਜਾਂਦਾ ਹੈ, ਘਰ ਨੂੰ ਕਿਹਾ ਜਾਂਦਾ ਹੈ, ਆਇਣ ਘਰ ਹੈ ਜਿਹਦਾ ਪਾਣੀ ਵਿੱਚ ਘਰ ਬਣਿਆ ਹੋਇਆ। ਖੀਰ ਸਮੁੰਦਰ ਦੇ ਵਿੱਚ ਕਹਿੰਦੇ ਵਿਸ਼ਨੂੰ ਜੀ ਦੀ ਸੇਜਾ, ਤੇ ਉੱਥੇ ਸਮੁੰਦਰ ਦੇ ਉੱਤੇ ਉਹ ਸ਼ੇਸ਼ ਨਾਗ ਦੀ ਸੇਜਾ ਉੱਤੇ ਸੌਂ ਕੇ ਆਰਾਮ ਕਰਦੇ ਆ। ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੇ ਜਲ ਵਿੱਚ ਪਰਮੇਸ਼ਰ ਰਹਿੰਦਾ ਤੇ ਜਲ ਦੇ ਵਿੱਚ ਰਹਿਣ ਕਰਕੇ ਤੇ ਫਿਰ ਡੱਡੂ, ਕਛੂਏ, ਮੱਛੀਆਂ ਇਹ ਸਾਰੇ ਪਰਮੇਸ਼ਰ ਹੋਣੇ ਚਾਹੀਦੇ। ਜਿੱਥੇ ਅਤੀ ਦੋਸ਼ ਵੇਖਦੇ ਉੱਥੇ ਮਹਾਰਾਜ ਇਹ ਕਹਿੰਦੇ ਆ, ਪਰ ਜਿੱਥੇ ਨਿਰੰਕਾਰ ਦੀ ਜੋਤ ਵੇਖਦੇ ਉੱਥੇ ਸਤਿਗੁਰੂ ਕਹਿੰਦੇ ਜਲ ਸਤੂੰ ਹੀ ਥਲ ਸਤੂੰ ਹੀ, ਮਹਾਰਾਜ ਤੂੰ ਹੀ ਤੂੰ ਹੈ, ਤੇਰੇ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ। ਗੱਲ ਸਮਝਣ ਦੀ ਹੈ। ਜੇ ਆਪਾਂ ਗੁਰੂ ਕੀ ਬਾਣੀ ਦਾ ਆਸ਼ਾ ਨਾ ਸਮਝਿਆ ਤੇ ਫਿਰ ਅਸੀਂ ਭਟਕ ਜਾਵਾਂਗੇ, ਗੁੰਮ ਜਾਵਾਂਗੇ। ਸਤਿਗੁਰੂ ਦੀ ਬਾਣੀ ਵੀ ਸਾਰੀ ਪ੍ਰਕਰਨ ਮੁਤਾਬਕ ਹੈ, ਇੱਕੋ ਹੀ ਪ੍ਰਮਾਣ ਦੇ ਆਪ ਦੇ ਸਾਹਮਣੇ। ਕਬੀਰ ਸਾਹਿਬ ਜੀ ਕਹਿੰਦੇ ਆ, ਤੁਰੇ ਜਾ ਰਹੇ ਸੀ, ਮੁੱਲਾ ਮਨਾਰੇ ਤੇ ਚੜਿਆ ਬਾਂਗ ਦਿੰਦਾ ਸੀ। ਉਹ ਜਦੋਂ ਵਿਸ਼ਾ ਤਾਂ ਨਹੀਂ, ਪਰ ਆਪ ਦੀ ਗਿਆਤ ਵਾਸਤੇ ਬੇਨਤੀ ਕਰਦੇ ਆ। ਮੈਂ ਅਰਬ ਦੇਸ਼ਾਂ ਵਿੱਚ ਵੀ ਵਿਚਰਿਆ, ਜਦੋਂ ਬਾਂਗ ਦਾ ਸਮਾਂ ਹੁੰਦਾ ਨਾ, ਉਦੋਂ ਇਮੀਗ੍ਰੇਸ਼ਨ, ਮੈਂ ਕੁਦਰਤੀ ਦੁਬਈ ਦੇ ਏਅਰਪੋਰਟ ਤੇ ਉਤਰਿਆ, ਸਾਰੇ ਏਅਰਪੋਰਟ ਤੇ ਆਵਾਜ਼ ਆਈ 6 ਵਾਰੀ ਕਹਿੰਦੇ ਅੱਲਾਹੂ ਅਕਬਰ, ਅੱਲਾਹੂ ਅਕਬਰ। ਤੇ ਫਿਰ 6 ਵਾਰੀ ਉਹਨਾਂ ਨੇ ਕਹਿਣਾ ਹਲਲ ਸਿਲਾ, ਹਲਲ ਫਿਲਾ, ਇਹ 6 ਵਾਰੀ ਬੋਲਦੇ ਆ। ਇਹਦੇ ਅਰਥ ਨੇ ਅੱਲਾਹੂ ਅਕਬਰ, ਅੱਲਾਹੂ ਨਿਸ਼ਚੈ ਕਰਕੇ, ਅਕਬਰ ਸਭ ਤੋਂ ਵੱਡਾ ਹੈ। ਫਿਰ ਕਹਿੰਦੇ ਹਲਲ ਸਿਲਾ, ਆਓ ਲਓ ਸਿਫਤ, ਹਲਲ ਫਿਲਾ, ਆਓ ਲਓ ਮੁਕਤ। ਇਹ ਨਮਾਜ਼ ਦੇ ਬੋਲ ਨੇ। ਇਹ ਨਮਾਜ਼ ਸਾਧ ਸੰਗਤ ਜੀ ਜਦੋਂ ਉਹ ਅਦਾ ਕਰ ਰਿਹਾ ਸੀ, ਵਾਹਿਗੁਰੂ ਬਾਂਗ ਦੇ ਰਿਹਾ ਸੀ, ਤੇ ਕਬੀਰ ਸਾਹਿਬ ਦਾ ਇੱਕ ਕਥਨ ਹੈ ਗੁਰਬਾਣੀ ਦੇ ਅੰਦਰ। ਕਬੀਰ ਸਾਹਿਬ ਕਹਿੰਦੇ ਮੁੱਲਾ ਮੁਨਾਰੇ ਕਿਆ ਚੜੇ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਮੁੱਲਾ ਅੱਲਾ ਕੋਈ ਬੋਲਾ ਥੋੜੋ ਹੈ ਜਿਹਨੂੰ ਤੂੰ ਮਿਲਣ ਵਾਸਤੇ ਬਾਂਗ ਦੇ ਰਿਹਾ। ਕੰਨਾਂ ਵਿੱਚ ਉਂਗਲਾਂ ਦੇ ਕੇ ਬਾਂਗ ਦਿੰਦੇ ਆ ਕਿ ਉਦੋਂ ਕੰਨਾਂ ਵਿੱਚ ਕੋਈ ਹੋਰ ਆਵਾਜ਼ ਨਾ ਸੁਣੇ। ਕਹਿੰਦੇ ਜਿਹਨੂੰ ਮਿਲਣ ਵਾਸਤੇ ਤੂੰ ਉੱਚੀ ਬਾਂਗ ਦੇ ਰਿਹਾ, ਉਹ ਤਾਂ ਤੇਰੇ ਅੰਦਰ ਬੈਠਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਕਬੀਰ ਸਾਹਿਬ ਕਹਿੰਦੇ ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਨੈ, ਕਬਹੂ ਕੈ ਸੁਣੈ ਪੁਕਾਰ। ਕਦੇ ਤਾਂ ਪੁਕਾਰ ਸੁਣੇਗਾ, ਉੱਚੀ ਬੋਲੋ। ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪੋ, ਉੱਚੀ ਰਾਮ ਦਾ ਨਾਮ ਜਪੋ। ਇਹ ਦੋਵੇਂ ਆਪਸ ਦੇ ਵਿੱਚ ਵਿਰੋਧੀ ਦਿਸਦੇ ਹਨ ਕਿ ਇੱਕ ਪਾਸੇ ਕਬੀਰ ਸਾਹਿਬ ਕਹਿੰਦੇ ਉੱਚੀ ਨਾ ਬੋਲੋ, ਇੱਕ ਪਾਸੇ ਕਹਿੰਦੇ ਉੱਚੀ ਬੋਲੋ। ਜਿਨ੍ਹਾਂ ਗੁਰਬਾਣੀ ਦੇ ਪ੍ਰਕਰਨ ਨੂੰ ਨਹੀਂ ਸਮਝਣਾ, ਉਹ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਹੀ ਦਲੀਲਾਂ ਕੱਢ ਕੱਢ ਕੇ ਨਾ ਨਾਸਤਿਕ ਬਣਾਉਣ ਦਾ ਯਤਨ ਕਰਦੇ। ਪਾਰਾ ਤੁਸੀਂ ਵੇਖਿਆ ਕੱਚਾ ਹੋਵੇ ਤੇ ਸਾਧ ਸੰਗਤ ਜੀ ਉਹ ਜ਼ਹਿਰ ਹੈ, ਮਾਰਿਆ ਜਾਵੇ ਤੇ ਉਹ ਸਾਧ ਸੰਗਤ ਜੀ ਬੜੀ ਵੱਡੀ ਦਵਾਈ ਹੈ। ਗੁਰੂ ਸਾਹਿਬ ਦੀ ਪਵਿੱਤਰ ਬਾਣੀ ਜਿੰਨਾ ਚਿਰ ਤੁਹਾਨੂੰ ਸਮਝ ਨਹੀਂ ਨਾ ਪੈ ਰਹੀ, ਜਿੰਨਾ ਚਿਰ ਤੁਹਾਨੂੰ ਉਹਦਾ ਆਸ਼ਾ ਨਹੀਂ ਸਮਝ ਪੈ ਰਿਹਾ, ਇਸੇ ਕਰਕੇ ਕਹਿੰਦੇ ਹੈ ਕਿ ਕਿਸੇ ਗੁਰਮੁਖ ਕੋਲੋਂ ਜਿਹਨੇ ਆਪ ਸਤਿਗੁਰੂ ਦੀ ਬਾਣੀ ਦਾ ਅਧਿਐਨ ਕੀਤਾ ਹੋਵੇ ਅੰਮ੍ਰਿਤਧਾਰੀ ਨਾਲ, ਤੇ ਸਤਿਗੁਰੂ ਉੱਪਰ ਪੂਰਨ ਸ਼ਰਧਾ ਹੋਵੇ, ਉਹਦੇ ਕੋਲੋਂ ਭਾਈ ਗੁਰਬਾਣੀ ਦੀ ਸੰਥਿਆ ਕਰਨੀ ਚਾਹੀਦੀ ਹੈ। ਪਰ ਅੱਜ ਅਸੀਂ ਕਹਿੰਦੇ ਅਖਬਾਰ ਪੜ੍ਹਨੀ ਆਉਂਦੀ ਹੈ, ਲੈ ਪੰਜਾਬੀ ਲਿਖੀ ਅਸੀਂ ਪੜ੍ਹ ਹੀ ਲੈਣੀ। ਇਸ ਤਰ੍ਹਾਂ ਨਹੀਂ ਹੈ। ਜੇ ਇਸ ਤਰ੍ਹਾਂ ਹੈ ਨਾ, ਤੇ ਉਹੋ ਹੀ ਸਤਿਗੁਰੂ ਦੀ ਬਾਣੀ ਉੱਪਰ ਫਿਰ ਪ੍ਰਸ਼ਨ ਉਠਾ ਰਹੇ ਆ, ਕਿੰਤੂ ਕਰ ਰਹੇ ਆ। ਉਹੋ ਹੀ ਕਹਿੰਦੇ ਆ ਭਗਤ ਬਾਣੀ ਵੱਖ ਕਰ ਦਿਓ,
ਤੇ ਗੁਰੂ ਕੀ ਬਾਣੀ ਜਿਹੜੀ ਉਹ ਵੱਖ ਕਰੋ, ਕਿਉਂਕਿ ਭਗਤਾਂ ਦੀ ਬਾਣੀ ਜਿਹੜੀ ਆ ਗੁਰੂ ਕੀ ਬਾਣੀ ਨਹੀਂ। ਸਤਿਗੁਰੂ ਜੀ ਨੇ ਉਦੋਂ ਮੋਹਰ ਲਾ ਦਿੱਤੀ ਸੀ, ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾ। ਸਤਿਗੁਰੂ ਜੀ ਮੋਹਰਾਂ ਲਾ ਦਿੱਤੀਆਂ